ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦਾ ਜੋ ਵੀਡੀਓ ਲੜੀ ਵਿਚਾਰ ਲੜੀ ਚੱਲ ਰਹੀ ਹੈ, ਉਸ ਦੇ ਸੰਬੰਧ ਵਿੱਚ ਅੱਜ ਜੋ ਇੱਕ ਐਸੀ ਕਹਾਣੀ ਅਸੀਂ ਵਿਚਾਰ ਕਰਨ ਜਾ ਰਹੇ ਹਾਂ, ਜਿਸ ਤੋਂ ਮੇਰੇ ਹਿਸਾਬ ਨਾਲ ਸਿੱਖੀ ਨੂੰ ਕੋਈ ਵੀ ਲਾਹਾ ਨਹੀਂ, ਸਗੋਂ ਨੁਕਸਾਨ ਹੈ। ਪਰ ਇਸ ਗ੍ਰੰਥ ਵਿੱਚ ਉਹ ਕਹਾਣੀ ਬੜੀ ਵਿਸਥਾਰ ਨਾਲ ਲਿਖੀ ਹੋਈ ਹੈ। ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਹੈ, ਇਹ ਗੱਲ ਨੂੰ ਧਿਆਨ ਵਿੱਚ ਰੱਖਣਾ ਹੈ ਕਿ ਆਖਿਰਕਾਰ ਅਸੀਂ ਇਤਿਹਾਸ ਕਿਉਂ ਪੜ੍ਹਦੇ ਹਾਂ, ਇਤਿਹਾਸ ਦੀ ਸਾਡੇ ਜੀਵਨ ਵਿੱਚ ਕੀ ਮਹੱਤਤਾ ਹੈ। ਗੁਰੂ ਅਮਰਦਾਸ ਜੀ ਮਹਾਰਾਜ ਫਰਮਾਨ ਕਰਦੇ ਹਨ, ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ। ਆਪਣੇ ਬਜ਼ੁਰਗਾਂ ਦੀਆਂ ਕਹਾਣੀਆਂ, ਬਜ਼ੁਰਗਾਂ ਦੀਆਂ ਸਾਖੀਆਂ, ਬਜ਼ੁਰਗਾਂ ਦਾ ਇਤਿਹਾਸ ਅਸੀਂ ਇਸ ਲਈ ਪੜ੍ਹਦੇ ਹਾਂ, ਇਸ ਲਈ ਉਹਨਾਂ 'ਤੇ ਵਿਚਾਰ ਕਰਦੇ ਹਾਂ ਕਿ ਇਹ ਸਾਨੂੰ ਚੰਗਾ ਜੀਵਨ, ਸੁਚੱਜਾ ਜੀਵਨ ਜਿਊਣ ਵਿੱਚ ਸਹਾਈ ਹੁੰਦੀਆਂ ਹਨ। ਅਤੇ ਅਸੀਂ ਹਰ ਗੱਲ, ਹਰ ਕਹਾਣੀ, ਹਰ ਸਾਖੀ ਜਦੋਂ ਅਸੀਂ ਪੜ੍ਹਨੀ ਹੈ, ਉਸ ਨੂੰ ਅਸੀਂ ਆਪਣੇ ਜੀਵਨ ਉੱਤੇ ਅਪਲਾਈ ਕਰਕੇ ਦੇਖਣਾ, ਆਪਣੇ ਜੀਵਨ ਉੱਤੇ ਢੁਕਾ ਕੇ ਦੇਖਣਾ ਕਿ ਅਗਰ ਇਹ ਵਾਰਦਾਤ, ਇਹ ਇੰਸੀਡੈਂਟ, ਇਹ ਕਹਾਣੀ ਸਾਡੇ ਨਾਲ ਵਾਪਰੇ ਤਾਂ ਅਸੀਂ ਕੀ ਕਰਾਂਗੇ। ਜੇਕਰ ਅਸੀਂ ਉਸ ਕਹਾਣੀ ਅਨੁਸਾਰ ਜੀਵਨ ਜੂ ਕੇ ਅਸੀਂ ਖੁਸ਼ ਰਹਿ ਸਕਦੇ ਹਾਂ, ਸੁਖੀ ਰਹਿ ਸਕਦੇ ਹਾਂ, ਤਾਂ ਤੇ ਉਹ ਕਹਾਣੀ, ਉਹ ਇਤਿਹਾਸ ਸਾਡੇ ਲਈ ਲਾਹੇਵੰਦ ਹੈ, ਨਹੀਂ ਤਾਂ ਉਹ ਕਿਸੇ ਕੰਮ ਦਾ ਨਹੀਂ। ਅੱਜ ਦੀ ਜਿਹੜੀ ਕਹਾਣੀ ਹੈ ਉਹ ਹੈ ਕਿ ਇੱਕ ਸਿੱਖ ਭਾਈ ਮੂਲਾ ਹੋਇਆ, ਇੱਕ ਬੰਦਾ ਗੁਰੂ ਮਹਾਰਾਜ ਦੇ ਦਰਸ਼ਨਾਂ ਨੂੰ ਆਇਆ ਅਤੇ ਉਹਨਾਂ ਤੋਂ ਸਿੱਖੀ ਦਾਨ ਮੰਗੀ। ਉਹਦਾ ਨਾਂ ਹੈ ਮੂਲਾ ਕੀੜ। ਗੁਰੂ ਸਾਹਿਬ ਨੇ ਉਸ ਨੂੰ ਉਪਦੇਸ਼ ਕੀਤਾ ਕਿ ਗੁਰਸਿੱਖ ਕੀ ਕਰਦੇ ਹਨ, ਜੇ ਗੁਰਸਿੱਖ ਬਣਨਾ ਹੈ ਤਾਂ ਤੁਹਾਨੂੰ ਕੀ ਕਰਨਾ, ਜੋ ਗੁਰਸਿੱਖ ਕਰਦੇ ਹਨ ਉਹੀ ਤੁਹਾਨੂੰ ਕਰਨਾ ਹੈ। ਅਤੇ ਉਹਨਾਂ ਨੂੰ ਗੁਰੂ ਸਾਹਿਬ ਉਪਦੇਸ਼ ਕਰਦੇ ਹਨ। ਗੁਰਸਿੱਖਾਂ ਦੇ ਵਰਤੋਂ ਦੇ ਕਰਮਾਂ ਦਾ ਤਰੀਕਾ ਪ੍ਰਗਟ ਹੋਇਆ ਹੈ। ਸ਼ਬਦ ਨੂੰ ਪ੍ਰੇਮ ਕਰਕੇ ਮੁੱਖ ਨਾਲ ਗਾਉਂਦੇ ਹਨ, ਧਰਮ ਕਿਰਤ ਕਰਕੇ ਵੰਡ ਕੇ ਛਕਦੇ ਹਨ। ਇਹ ਗੁਰਸਿੱਖੀ ਦਾ ਜੋ ਅਸੂਲ ਹੈ, ਬਹੁਤ ਸੋਹਣਾ ਸੁਨਹਿਰੀ ਅਸੂਲ ਹੈ। ਇਹ ਸ਼ੁਰੂਆਤ ਕਵੀ ਬੜੀ ਚੰਗੀ ਕਰਦਾ ਹੈ ਕਿ ਵੰਡ ਕੇ ਛਕਣਾ, ਕਿਰਤ ਕਰਨਾ ਅਤੇ ਪ੍ਰਭੂ ਦੇ ਗੁਣ ਗਾਉਣੇ ਹਨ। ਗੁਰਸਿੱਖਾਂ ਦੀ ਸੇਵਾ ਕਰਦੇ ਹਨ। ਜਿਹੜੇ ਗੁਰਸਿੱਖ ਨੇ ਉਹ ਗੁਰਸਿੱਖਾਂ ਦੀ ਸੇਵਾ ਕਰਦੇ ਹਨ, ਹਿਰਦੇ ਵਿੱਚ ਪ੍ਰੇਮ ਕਰਕੇ ਚਰਨ ਧੋਂਦੇ ਹਨ, ਨੰਗਿਆਂ ਨੂੰ ਕੱਪੜੇ ਦਿੰਦੇ ਹਨ ਅਤੇ ਭੁੱਖਿਆਂ ਨੂੰ ਭੋਜਨ ਛਕਾਉਂਦੇ ਹਨ, ਸ਼ਬਦ ਵਿਚਾਰ ਕੇ ਹਿਰਦੇ ਵਿੱਚ ਸੁੱਖ ਪ੍ਰਾਪਤ ਕਰਦੇ ਹਨ। ਮੂਲੇ ਕੀੜ ਨੇ ਗੁਰੂ ਜੀ ਦਾ ਅਜਿਹਾ ਉਪਦੇਸ਼ ਸੁਣ ਕੇ ਹਿਰਦੇ ਵਿੱਚ ਧਾਰਨ ਕਰਕੇ ਦ੍ਰਿੜ ਕਰ ਲਿਆ। ਮਹਾਂਪ੍ਰੇਮ ਵਿੱਚ ਹੋ ਕੇ ਗੁਰੂ ਜੀ ਦੇ ਉਪਦੇਸ਼ ਅਨੁਸਾਰ ਕਰਮ ਕਰਨ ਲੱਗ ਗਿਆ। ਜਿਹੜਾ ਵੀ ਮਨੁੱਖ ਭੁੱਖਾ ਵੇਖਦਾ ਸੀ ਉਸ ਨੂੰ ਭੋਜਨ ਦਿੰਦਾ ਸੀ, ਨੰਗੇ ਨੂੰ ਵੇਖ ਕੇ ਉਸ ਨੂੰ ਕੱਪੜੇ ਦਿੰਦਾ ਸੀ। ਸਿੱਧ ਸਾਧ ਉਸ ਦੇ ਘਰ ਬਹੁਤ ਆਉਂਦੇ ਸਨ, ਰਾਤ ਰਹਿ ਕੇ ਫਿਰ ਚਲੇ ਜਾਂਦੇ ਸਨ। ਇੱਕ ਦਿਨ ਇੱਕ ਠੱਗ ਆਇਆ, ਸਰੀਰ 'ਤੇ ਉਸ ਸਿੱਖੀ ਦਾ ਭੇਸ ਧਾਰਨ ਕੀਤਾ ਹੋਇਆ ਸੀ, ਬਾਣੀ ਕੰਠ ਕੀਤੀ ਹੋਈ ਸੀ ਅਤੇ ਬੜੀ ਪ੍ਰੀਤ ਨਾਲ ਪੜ੍ਹਦਾ ਸੀ। ਮਨ ਲੋਭੀ ਸੀ, ਜਿਸ ਦੀ ਮੱਤ ਉਲਟੀ ਸੀ। ਰਾਤ ਨੂੰ ਉਸ ਦੀ ਬਹੁਤ ਸੇਵਾ ਕੀਤੀ। ਫਿਰ ਮੂਲੇ ਦੀ ਇਸਤਰੀ ਨੇ ਆਪਣੇ ਗਹਿਣੇ ਉਤਾਰ ਕੇ ਇੱਕ ਥਾਂ ਰੱਖੇ। ਠੱਗ ਨੇ ਗਹਿਣਿਆਂ ਨੂੰ ਵੇਖ ਲਿਆ। ਜਦ ਉਸ ਵੇਖਿਆ
कि घर दे सारे जी सौ गए हन। उस गहने अपने हथ विच फड़ लै, फिर भज के बाहर नूं निकलण लगा। जद दरवाजे नूं जिंदरा वज्जिया वेख्या तां वापस मुड़ आया। मूले नूं हथ नाल जगाया, कपट धारण करके बोलिया, मैं बाहर जाना है, चाबी देवो, मेरे पेट विच बहुत पीड़ हो रही है। मूले ने कहा, संत जी बाहर तुसी क्यों जाते हो? विहड़े विच जंगल कर लवो, मैं सवेरे उठा देवांगा। अगों ठग ने कहा, मैं बाहर जावांगा, घर विच बैठदियां मैनूं शर्म आउंदी है। जद मूला चाबी लैके उठिया अते दरवाजे दे विच आया, ठग दी कच्छ विचों सारे गहने डिग पए। जिहड़ा माल चोरी करके लिजा रहा सी वो सारा डिग पिया। डर दे मारे ने फिर उन्हां नूं ना चुक्या, भाव चोर दी चोरी फड़ी गई। ना चुक्या। मूले ने फिर आप गहने चुके ते बड़े प्रेम नाल ठग नूं दे दिते। उस नूं बाहर कढ के मूला अपने घर विच सुता रहा। जद सवेर होई तां उस दी पत्नी गहणिਆਂ नूं ਲੱਭਣ लगी। मैं इत्थे गहणे रखे सन, पर ਉਹ ਹੁਣ ਕਿਸੇ ਥਾਂ ਵੀ नहीं ਹਨ। कित्थे गए जां किसे चोरी कर लए ਹਨ। मूले कहा कि रात नूं घर चोर लगे ਹਨ, पर सानू पता नहीं लगा। ਉਹੀ गहणे लैके चले गए ਹਨ। जागण तो बगैर ਇਹ हालत ਹੁੰਦੀ है। रात नूं ਜਿਹੜਾ सिख साडे घर ठहरिया सी ਉਹ शर्मिंदा होण तो डरदा चला गया है। सारे मैनू ही दोष देणगे, इस तरह मन विच उस विचारिया है। वो सिख बड़ा तड़के चला गया है, भाव सवेरे वेले सिर ही नेरे ही निकल गया है। उसका कोई कसूर नहीं है। अपनी इस्त्री दे होर गहने कढ़वाए, उसकी खुशी वास्ते उसनूं तुरंत पवा दिते। कई दिनों बाद जद गुरु जी पास आया, नमस्कार करके दर्शन कीते। गुरु जी ने कहा, हे मूले सुन, तेरा हिरदा सिक्खी अनुकूल है। मेरा पड़दा तू चंगी तरह ढकिया है, तेरा पड़दा सदा गुरु ढकेगा। आ है सारी कहानी कि सिख जो है ठग सिख के रूप में आया ते गहने चोरी करके ले जा रहा सी। हुण तक असी कहानी पढ़ी है। ये कहानी जिहड़ी है दस देवां, कोई रैफर करना चाहे तो सूरज प्रकाश ग्रंथ डॉक्टर अजीत सिंह औलख ने इस पूरे ग्रंथ नूं 11 भागां किताबां विच वंड के अर्थ कीते हन। ये दूजी किताब है। दूजी किताब दे 508 पन्ने तो लैके 510 पन्ने तक ਇਹ सारी विचार आपां कीती है। हुण विचार करन दी जिहड़ी गल इत्थे बनदी है कि की गुरमत विच भेख दी कोई अहमियत है? सिर्फ वर्दी पाई होवे, गुण कोई ना होवे, कि उसकी कोई अहमियत है? इस चीज़ ते विचार करना। सिख स्वरूप विच आया, बाणी बहुत कंठ है और सिक्खी स्वरूप है। और ये देख के ही मूला कीड़ जो है सेवा करदा, वो चोरी करके ले जा रहा। जदों चोरी फड़ी जाती है तो मूला कीड़ आप उसनूं अपने घर का माल हत्थीं दे रहा। हुण जे इस कहानी अनुसार असी जीवन जूना होवे, इहदा मतलब ये होया कि साडे घर कोई रात ठहरे,
ਸਾਡੇ ਘਰੋਂ ਚੋਰੀ ਕਰਕੇ ਲਿਜਾ ਰਿਹਾ ਹੋਵੇ, ਅਸੀਂ ਉਸ ਦੀ ਚੋਰੀ ਨੂੰ ਫੜ ਲਈਏ, ਤਾਂ ਫਿਰ ਅਸੀਂ ਆਪਣੇ ਹੱਥੀਂ ਉਹ ਸਾਡੇ ਘਰ ਦਾ ਚੋਰੀ ਕੀਤਾ ਹੋਇਆ ਮਾਲ ਉਸ ਨੂੰ ਦੇ ਕੇ ਦਰਵਾਜ਼ਾ ਖੋਲ੍ਹ ਕੇ ਇੱਜ਼ਤ ਨਾਲ ਘਰੋਂ ਵਿਦਾ ਕਰ ਦਈਏ। ਕੀ ਐਸਾ ਅਸੀਂ ਕਰਾਂਗੇ? ਜੇ ਐਸਾ ਅਸੀਂ ਪਰਿਵਾਰ ਵਿੱਚ, ਸਮਾਜ ਵਿੱਚ ਕਰਾਂਗੇ ਤਾਂ ਕਿਹੋ ਜਿਹਾ ਸਮਾਜ ਹੋਏਗਾ? ਜੇ ਮੈਨੂੰ ਪੁੱਛੋ, ਮੈਂ ਤਾਂ ਐਸੀ ਸਿੱਖੀ ਨੂੰ ਬਿਲਕੁਲ ਦਰਕਿਨਾਰ ਕਰ ਦੇਵਾਂਗਾ। ਮੈਂ ਤਾਂ ਉਸ ਬੰਦੇ ਨੂੰ, ਜੇ ਮੇਰੇ ਕੋਲ ਤਾਕਤ ਹੋਈ, ਕੁਟਾਪਾ ਚਾੜਾਂਗਾ, ਫਿਰ ਪੁਲਿਸ ਨੂੰ ਫੋਨ ਕਰਕੇ ਸੱਦਾਂਗਾ, ਰੌਲਾ ਪਾਵਾਂਗਾ, ਚੋਰ ਕਹਿ ਕੇ ਉਸਦੀ ਖੂਬ ਛਿੱਤਰ ਪਰੇਡ ਕਰਾਂਗਾ। ਇਹੋ ਜਿਹੇ ਬੰਦੇ ਦਾ ਮੂੰਹ ਕਾਲਾ ਹੋਣਾ ਚਾਹੀਦਾ ਤਾਂ ਕਿ ਮੁੜ ਕੇ ਸਿੱਖੀ ਸਰੂਪ ਵਿੱਚ ਕੋਈ ਐਸਾ ਕੋਈ ਕਰਮ ਨਾ ਕਰੇ। ਪੂਰੀ ਜ਼ੋਰ ਲਾਵਾਂਗੇ, ਵਾਹ ਲਾਵਾਂਗੇ, ਜਿੱਥੋਂ ਤੱਕ ਹੋ ਸਕੇ ਉਸ ਨੂੰ ਜਿੰਨੀ ਸਜ਼ਾ ਮਿਲ ਸਕੇ ਦਿਵਾਵਾਂਗੇ। ਅਗਰ ਤੁਹਾਨੂੰ ਲੱਗਦਾ ਕਿ ਇਹ ਸਿੱਖੀ ਹੈ, ਔਰ ਗੁਰੂ ਨਾਨਕ ਤੋਂ ਕਹਾਇਆ ਕਿ ਤੇਰੀ ਸਿੱਖੀ ਪੂਰਨ ਹੋਈ, ਤੂੰ ਪੂਰਾ ਸਿੱਖ ਹਾਂ, ਤੂੰ ਮੇਰੀ ਇੱਜ਼ਤ ਰੱਖੀ ਹੈ, ਆਓ ਅਸੀਂ ਦੂਜੇ ਪਾਸੇ, ਇਹ ਤਾਂ ਕਹਾਣੀ ਕਵੀ ਨੇ ਲਿਖੀ ਨਾ, ਗੁਰੂ ਨਾਨਕ ਦੇ ਨਾਂ 'ਤੇ ਲਿਖੀ, ਆਓ ਅਸੀਂ ਲਿਖੀ, ਪੜ੍ਹੀਏ, ਸਮਝੀਏ ਕਿ ਸਾਡਾ ਜੋ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਜੀ, ਕੀ ਸਾਨੂੰ ਉਹ ਐਸਾ ਕੋਈ ਉਪਦੇਸ਼ ਦਿੰਦੇ ਹਨ? ਉਹ ਕੀ ਕਹਿੰਦੇ ਹਨ? ਗੁਰੂ ਸਾਹਿਬ ਕਹਿੰਦੇ ਨੇ, ਗੁਰੂ ਨਾਨਕ ਪਾਤਸ਼ਾਹ ਦੀ ਆਪਣੀ ਬਾਣੀ ਆ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਚੋਰ ਦੀ ਕੋਈ ਵੀ ਬੰਦਾ ਗਰੰਟੀ ਨਹੀਂ ਲੈਂਦਾ, ਉਹਦੀ ਕੋਈ ਉਗਾਹੀ ਨਹੀਂ ਭਰਦਾ, ਕਿਉਂਕਿ ਚੋਰ ਦਾ ਕੀਤਾ ਕੰਮ ਚੰਗਾ ਕਿੱਦਾਂ ਹੋ ਜੂ? ਭਾਵ ਬਹੁਤ ਨਖਿੱਧ ਹੈ, ਭੈੜਾ ਕੰਮ ਹੈ। ਅਤੇ ਭਗਤ ਗਜ ਸਾਢੇ ਤੈ ਤੈ ਧੋਤੀਆਂ, ਗਜ ਸਾਢੇ ਤੈ ਤੈ ਧੋਤੀਆਂ, ਤੇਰੇ ਪਾਇਨ ਤਗ ਗਲੀ ਜਿਨਾ ਜਪ ਮਾਲੀਆਂ, ਲੋਟੇ ਹੱਥ ਨਿਵਗ, ਓਏ ਹਰ ਕੇ ਸੰਤ ਨਾ ਆਖੀਏ, ਬਨਾਰਸ ਕੇ ਠੱਗ। ਜੇ ਗੁਰਬਾਣੀ ਉਹਨਾਂ ਨੂੰ ਠੱਗ ਕਹਿੰਦੀ ਹੈ, ਇੱਥੇ ਇਹ ਕਵੀ ਗੁਰੂ ਨਾਨਕ ਪਾਤਸ਼ਾਹ ਦੇ ਮੁਖ ਵਿੱਚੋਂ ਕਢਵਾ ਰਿਹਾ ਕਿ ਤੂੰ ਉਸ ਠੱਗ ਨੂੰ ਜ਼ਾਹਰ ਨਹੀਂ ਕੀਤਾ, ਜਾਣ ਦਿੱਤਾ, ਤੂੰ ਮੇਰਾ ਪੱਕਾ ਸਿੱਖ। ਕਮਾਲ ਦੀ ਗੱਲ ਨਹੀਂ। ਪੂਰੀ ਗੁਰਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਇਸ ਕਵੀ ਨੇ ਰੱਦ ਕਰ ਦਿੱਤਾ, ਔਰ ਇਹਦਾ ਮਕਸਦ ਹੀ ਹੈ ਗੁਰਬਾਣੀ ਦੀ ਹਰ ਤੁਕ ਨੂੰ ਇਸ ਨੇ ਕਹਾਣੀ ਵਿੱਚ ਰੱਦ ਕਰਨਾ। ਪਰ ਅਸੀਂ ਪਤਾ ਨਹੀਂ ਕਿਹੜੇ ਨਸ਼ੇ ਵਿੱਚ ਮਸਤ ਇਹਨਾਂ ਗੱਲਾਂ ਨੂੰ ਹੁਣ ਤੱਕ 10 ਪੀੜ੍ਹੀਆਂ ਤੋਂ, ਕਿਉਂਕਿ ਇਹ ਗ੍ਰੰਥ ਲਿਖੇ ਨੂੰ ਹੋ ਗਏ 1825 23-25 ਵਿੱਚ ਕੰਪਲੀਟ ਕੀਤਾ ਸੀ, ਕਿੰਨੇ ਸਾਲ, 180-90 ਸਾਲ ਹੋ ਗਏ, ਤਾਂ ਅਸੀਂ ਇਸ ਨੂੰ ਪੜ੍ਹੀ ਸੁਣੀ ਜਾਂਦੇ ਹਾਂ। 200 ਸਾਲ ਹੀ ਹੋ ਚੱਲਾ, ਕਿਉਂਕਿ ਹੁਣ 2021 ਆ ਗਿਆ, 1823 ਤੇ 25 'ਤੇ ਲਿਖਿਆ ਸੀ। 200 ਸਾਲ ਤੋਂ ਇਸ ਦੀ ਕਥਾ ਸੁਣ ਰਹੇ ਹਾਂ। ਸਾਡਾ ਜਿਹੜਾ ਨਾ ਸੈਂਸਿੰਗ ਸਿਸਟਮ ਉਹ ਬਲੌਕ ਹੋ ਚੁੱਕਾ, ਚੌਕ ਹੋ ਚੁੱਕਾ, ਬੰਦ ਹੋ ਚੁੱਕਾ। ਸਮਝ ਹੀ ਨਹੀਂ ਆਉਂਦੀ ਕਦੋਂ ਸਾਨੂੰ ਗੁਰਮਤਿ ਦੇ ਪਾਸੇ ਤੋਂ ਹਟਾ ਕੇ ਮਨਮਤ ਵਾਲੇ ਪਾਸੇ ਲੈ ਜਾਂਦੇ ਆ। ਅਸੀਂ ਸਭ ਚੀਜ਼ ਨੂੰ ਗੁਰਮਤਿ ਮੰਨੇ ਜਾਂਦੇ ਹਾਂ। ਇਹ ਕਹਾਣੀਆਂ ਇਹ ਆਧਾਰ ਨੇ। ਜਿਹੜਾ ਪੰਜਾਬ ਦੇ ਵਿੱਚ ਹਾੜੀ ਸੌਣੀ ਤੁਸੀਂ ਦੇਖਿਆ ਹੋਣਾ, ਉਹ ਟੈਂਪੂ ਲੈ ਕੇ, ਟਰੱਕ ਲੈ ਕੇ, ਬੋਰੀਆਂ ਲੈ ਕੇ ਮਾਰ ਹਰਲ ਹਰਲ ਕਰਦੇ, ਲੰਮੇ ਚੋਲਿਆਂ ਵਾਲੇ, ਕਾਲੀਆਂ ਐਨਕਾਂ ਵਾਲੇ, ਗਾਤਰੇ ਉੱਤੋਂ ਦੀ ਪਾਏ ਨੇ, ਅਤੇ 5-5 7-7 ਦੇ ਟੋਲੇ ਉਹ ਉਗਰਾਹੀ ਕਰਦੇ ਹੁੰਦੇ ਆ। ਇਹੀ ਗ੍ਰੰਥ ਜੜ ਹੈ। ਔਰ ਸੱਚ ਜਾਣਿਓ, ਇੱਕ ਸੱਚੀ ਵਾਰਦਾਤ ਹੈ। ਇੱਕ ਬੀਬੀ ਬਿਮਾਰ ਸੀ, ਉਹਨਾਂ ਦੇ ਘਰ ਪੁੱਛ ਪਛਾਣਦੇ ਟਾਟਾ ਸੋਮੋ ਲੈ ਕੇ, ਟਾਟਾ ਸਫਾਰੀ ਜਾਂ ਟਾਟਾ ਸੋਮੋ ਵੱਡੀ ਗੱਡੀ ਲੈ ਕੇ ਉਹ ਆਏ। ਆ ਕੇ ਦਰਵਾਜ਼ਾ ਖਟਕਾਇਆ, ਘਰ ਵਾਲੇ ਪਰੇਸ਼ਾਨ ਸੀ ਪਹਿਲਾਂ ਹੀ, ਪੂਰੀ ਖਬਰ ਲੈ ਕੇ ਆਉਂਦੇ ਵੀ ਘਰ ਵਿੱਚ ਕਿੰਨੇ ਆਦਮੀ ਨੇ, ਕਿੰਨੀਆਂ ਜਨਾਨੀਆਂ ਨੇ, ਕੀ ਬਿਮਾਰੀ ਹੈ, ਕੀ ਸਭ ਕੁਛ ਲੈ ਕੇ ਆਏ।
ਆ ਕੇ ਕਹਿੰਦੇ ਜੀ ਬਈ ਜਿਹੜਾ ਸੰਤ ਪਿੱਛੇ ਤਾਂ ਦੋ ਚੇਲੇ ਅੱਗੇ, ਇੱਕ ਚੇਲਾ ਬਾਹਰ ਦਰਵਾਜ਼ੇ 'ਤੇ ਖੜਾ ਕਰਤਾ, ਦੋ ਚੇਲੇ ਵੱਡੇ ਗੇਟ ਦੇ ਥੱਲੇ ਅੱਗੇ ਖੜੇ ਕਰਤੇ, ਇੱਕ ਬੰਦਾ ਡਰਾਈਵਰ ਦੇ ਨਾਲ, 6-7 ਬੰਦੇ ਜੀ, ਇਹ ਸਾਰੇ 7 ਬੰਦੇ ਇਹ ਅੰਗਦ ਚੇਲੇ ਗਏ ਕਿ ਬਾਬਾ ਜੀ ਆਏ ਨੇ, ਇੱਦਾਂ ਇੱਦਾਂ ਪਤਾ ਲੱਗਾ ਤੁਹਾਡੇ ਘਰ ਮਾਤਾ ਜੀ ਬਿਮਾਰ ਨੇ, ਅਰਦਾਸ ਕਰਦੇ ਆ, ਲੋਕਾਂ ਦੇ ਕਸ਼ਟ ਦੂਰ ਕਰਦੇ ਨੇ, ਤੁਹਾਡੇ ਪਤਾ ਲੱਗਾ ਆਏ ਨੇ। ਘਰ ਵਾਲੇ ਕਹਿੰਦੇ ਆ, ਜਦੋਂ ਬਾਣਾ ਪਾਇਆ ਹੋਇਆ ਗਾਤਰੇ ਉੱਤੋਂ ਦੀ ਗੋਲ, ਪੱਗਾਂ ਬੰਨ੍ਹੀਆਂ ਹੋਈਆਂ ਅਤੇ ਚੋਲੇ ਪਾਏ ਹੋਏ ਨੇ, ਲੱਤਾਂ ਨੰਗੀਆਂ ਨੇ, ਠੀਕ ਹੈ, ਔਰ ਪੂਰੇ ਐਨ ਸ਼ਾਨੋ ਸ਼ੌਕਤ ਨਾਲ ਸਿੰਘ ਸਜੇ ਹੋਏ ਨੇ। ਅਤੇ ਅਗਲੇ ਕਹਿੰਦੇ ਆਓ ਜੀ, ਬੈਠੋ ਜੀ, ਆਓ ਜੀ ਬਾਬਾ ਜੀ ਆਓ। ਬਾਬਾ ਜੀ ਲਈ ਅਲੱਗ ਮੰਜਾ ਡਾਹਿਆ, ਬਿਠਾਇਆ। ਬਾਬਾ ਜੀ ਨੇ ਸਾਰੀ ਗੱਲ ਦੱਸੀ ਕਿ ਮਾਤਾ ਜੀ ਤੁਸੀਂ ਇੰਨੇ ਚਿਰ ਤੋਂ ਬਿਮਾਰ ਹੋ, ਸਾਰੇ ਦਵਾ ਦਾਰੂ ਕਰ ਲੈ, ਆਰਾਮ ਨਹੀਂ ਆਇਆ, ਪਰ ਹੁਣ ਗੁਰੂ ਕਿਰਪਾ ਕਰਨਗੇ। ਅਸੀਂ ਸਭ ਕੁਝ ਦੇਖ ਲਿਆ, ਸਾਰੀ ਕਹਾਣੀ ਪਿੱਛੋਂ ਲੋਕਾਂ ਤੋਂ ਪੁੱਛ ਕੇ ਆਏ ਨੇ। ਘਰ ਵਾਲੇ ਬੜੇ ਹੈਰਾਨ ਹੁੰਦੇ ਆ ਵੀ ਇਹਨਾਂ ਨੂੰ ਕਿੱਦਾਂ ਪਤਾ ਵੀ 6 ਮਹੀਨੇ ਬਿਮਾਰ ਹੋਇਆਂ ਨੂੰ, ਇਹਨਾਂ ਕਿੱਦਾਂ ਪਤਾ ਹੌਸਪੀਟਲ ਤੋਂ ਛੁੱਟੀ ਹੋ ਗਈ। ਸਾਰੀ ਖਬਰ ਪਿੰਡ ਦੇ ਬਾਹਰੋਂ ਲੈ ਕੇ ਆਉਂਦੇ ਆ। ਤਾਂ ਅੱਗੋਂ ਕੀ ਹੋਇਆ, ਉਹਨਾਂ ਨੂੰ ਕਹਿੰਦੇ ਜੀ ਭਈ ਅਸੀਂ ਦੇਖਦੇ ਹਾਂ ਇਹਨਾਂ ਦੀ ਬਿਮਾਰੀ ਕਿੰਨੀ ਕੁ ਗਹਿਰੀ ਹੈ। 1 ਮਿੰਟ ਲਈ ਅੱਖਾਂ ਬੰਦ ਕੀਤੀਆਂ, ਕੁਛ ਡਰਾਮਾ ਜਿਹਾ ਕੀਤਾ, ਫਿਰ ਕਹਿੰਦੇ ਜੀ ਸਾਨੂੰ ਸਮਝ ਆ ਗਈ ਆ, ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਰੋਗ ਬਹੁਤ ਗਹਿਰਾ ਜਾ ਚੁੱਕਾ ਹੈ, ਪਰ ਉਸ ਰੱਬ ਦੇ ਅੱਗੇ ਕੁਛ ਵੀ ਵੱਡਾ ਨਹੀਂ, ਸਭ ਠੀਕ ਹੋ ਜਾਏਗਾ। ਅਤੇ ਅਸੀਂ ਅਰਦਾਸ ਕਰਦੇ ਹਾਂ, ਇਹ ਰਾਜੀ। ਘਰ ਦੇ ਬੜੇ ਖੁਸ਼ ਹੁੰਦੇ ਆ, ਵਾਹ ਵੀ ਆਹ ਤਾਂ ਰੱਬ ਨੇ ਘਰੇ ਬੰਦੇ ਭੇਜ ਦਿੱਤੇ। ਖੈਰ ਕਹਿੰਦੇ ਜੀ ਅਰਦਾਸ ਭੇਟਾ ਤੁਹਾਡੀ ਕੋਈ ਸ਼ਰਧਾ? ਕਹਿੰਦੇ ਦੱਸੋ ਬਾਬਾ ਜੀ। ਔਰ ਨਾਲ ਹੋਰ ਕੀ ਕਰਦੇ ਨੇ, ਘਰ ਜਿਹੜੀ ਨੂੰਹ ਧੀ ਹੁੰਦੀ ਹੈ, ਜਿਹੜੀ ਖੁਦ ਮੁਖਤਿਆਰ ਹੁੰਦੀ ਹੈ, ਉਹਦੀ ਉਸਤਤ, ਨੂੰਹ ਦੀ ਉਸਤਤ ਕਰ ਦਿੱਤੀ। ਵਾਹ ਬੇਟਾ ਤੇਰਾ ਮੱਥਾ ਬੜਾ ਚਮਕਦਾ, ਬੜਾ ਭਾਗਾਂ ਵਾਲੀ ਹੈ, ਪਹਿਲੀ ਨੂੰਹ ਦੇਖੀ ਹੈ ਜਿਹੜੀ ਸੱਸ ਦਾ ਨੂੰ ਠੀਕ ਹੋਣਾ ਲੋਚਦੀ ਆ, ਸੱਸ ਦਾ ਇਲਾਜ ਕਰਾਉਂਦੀ ਆ, ਕਿੱਥੇ ਕਿੱਥੇ ਨਹੀਂ ਤੂੰ ਕਹੀ। ਵਾਹ ਤੇਰਾ ਰੱਬ ਭਲਾ ਕਰੇ, ਤੇਰੇ ਵਰਗੀਆਂ ਕੁੜੀਆਂ ਬਹੁਤ ਘੱਟ ਨੇ। ਧੰਨ ਤੁਹਾਡੇ ਮਾਤਾ ਪਿਤਾ ਜਿਹਨੇ ਤੁਹਾਨੂੰ ਇਹ ਅਕਲ ਦਿੱਤੀ, ਭਾਵ ਉਸ ਨੂੰ ਪੂਰੀ ਹਵਾ ਛੁਕਾ ਦਿੱਤੀ। ਤਾਂ ਉਹ ਕਹਿੰਦੇ ਬਾਬਾ ਜੀ ਦੱਸੋ ਕੀ ਭੇਟਾ? ਕਹਿੰਦੇ ਜੀ ਆਮ ਤੌਰ 'ਤੇ 31,000 ਲਈਦਾ, ਦੇਖ ਲਓ। ਜੇ ਉਹ 31,000 ਦੇਣ ਲੱਗੇ, ਸਾਰੇ ਨੋਟਾਂ ਦਾ ਠੱਬਾ ਲੈ ਦੇਖਿਆ, ਪੈਸੇ ਤਾਂ ਬਹੁਤ ਨੇ। ਫਿਰ ਕਹਿੰਦੇ ਜੀ 51,000 ਦੇ ਦੋਗੇ ਤਾਂ ਜਲਦੀ ਠੀਕ ਹੋ ਜਾਣਗੇ, ਅਰਦਾਸ ਮਹਾਰਾਜ ਦੇ ਅੱਗੇ ਹੋਏਗੀ ਤੁਹਾਡੀ ਭੇਟਾ ਦੇਖ ਕੇ। ਉਹਨਾਂ ਨੇ 51,000 ਕਰ ਦਿੱਤੇ। ਫਿਰ ਦੇਖਿਆ ਕਿ ਵਹੁਟੀ ਨੇ ਗਹਿਣੇ ਵੀ ਬਹੁਤ ਪਾਏ ਹੋਏ ਨੇ। ਬੇਟਾ ਕੋਈ ਸੋਨਾ ਭੇਟ ਕਰ ਦਿਓ, ਕਿ ਤੁਹਾਨੂੰ ਪਤਾ ਦਰਬਾਰ ਸਾਹਿਬ ਸੇਵਾ ਚੱਲ ਰਹੀ ਸੋਨੇ ਦੀ, ਅਸੀਂ ਸਾਰਾ ਕੁਝ ਉੱਥੇ ਚੜ੍ਹਾ ਦੇਣਾ, ਸਾਡਾ ਇਹਦੇ ਵਿੱਚ ਕੁਝ ਨਹੀਂ ਹੈ, ਅਸੀਂ ਤਾਂ ਸੇਵਾਦਾਰ ਹਾਂ, ਸਾਨੂੰ ਮਾਲਕ ਨੇ ਬਹੁਤ ਦਿੱਤਾ ਹੋਇਆ, ਅਸੀਂ ਤਾਂ ਲੋਕਾਂ ਦੇ ਪਰਉਪਕਾਰ ਲਈ ਸਭ ਕੁਝ ਕਰਦੇ ਹਾਂ। ਖੈਰ ਉਹਨਾਂ ਨੇ ਸੋਨਾ ਲਾ ਦਿੱਤਾ, ਜੋ ਵੀ ਹੈ ਘਰ ਲਿਆ ਕੇ ਕੋਈ 1.5 ਲੱਖ ਰੁਪਏ ਦਾ ਮਾਲ ਉਹਨਾਂ ਅੱਗੇ ਰੱਖ ਦਿੱਤਾ। ਔਰ ਉਹ ਉਸਤਤ ਕਰ ਰਿਹਾ ਵਾਰ-ਵਾਰ ਨੂੰਹ ਦੀ। ਵਾਹ ਵਾਹ, ਇੱਦਾਂ ਦੀਆਂ ਨੂੰਹਾਂ ਸਭ ਨੂੰ ਰੱਬ ਦੇਵੇ। ਆਪਣੀ ਸੱਸ ਲਈ ਇੰਨੀ ਕੁਰਬਾਨੀ, ਔਰ 1.5 ਲੱਖ ਦਾ ਮਾਲ ਸਾਡੇ ਅੱਗੇ ਰੱਖਤਾ। ਅਚਾਨਕ ਬਾਬਾ ਜੀ ਕਹਿਣ ਲੱਗੇ ਬੇਟਾ ਇਹ ਚੱਕ ਲਓ ਸਭ ਕੁਛ, ਅਸੀਂ ਤੁਹਾਨੂੰ ਦੇਖਣਾ ਹੀ ਸੀ, ਪਰਖਣਾ ਸੀ, ਪਰਖ ਲਿਆ ਅਸੀਂ ਤਾਂ, ਕੋਈ ਗੱਲ ਨਹੀਂ, ਸਭ ਲੈ ਜਾਓ। ਤੁਹਾਡਾ ਮਨ ਉੱਪਰ ਨੀਚੇ ਹੁੰਦਾ ਹੋਏਗਾ ਕਿ ਪਤਾ ਨਹੀਂ ਬਾਬਾ ਜੀ ਨੇ ਲੈ ਜਾਣਾ। ਨਹੀਂ ਜੀ, ਕਿਉਂਕਿ ਸਾਨੂੰ ਗੁਰਦੁਆਰਿਆਂ ਵਿੱਚ ਕਹਾਣੀਆਂ ਸੁਣਾਈਆਂ ਜਾਂਦੀਆਂ ਕਿ ਇੱਕ ਵਾਰ ਹੱਥੋਂ ਕੋਈ ਚੀਜ਼ ਛੱਡ ਦਈਏ ਮੁੜ ਕੇ ਵਾਪਸ ਨਹੀਂ ਲਈਦੀ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਇੱਕ ਕਹਾਣੀ ਜੋੜੀ ਗਈ ਹੈ। ਜਦੋਂ ਇਹਨਾਂ ਨੂੰ ਇੱਕ ਸੰਤ ਮਿਲੇ ਸਨ, ਤਾਂ ਉਹ ਸੰਤ ਨੇ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਨਾਂ ਪੁੱਛਿਆ ਸੀ, ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਮੇਰਾ ਨਾਂ ਨਾਨਕ ਨਿਰੰਕਾਰੀ ਹੈ। ਤਾਂ ਫਿਰ ਕੀ ਹੋਇਆ, ਅਤੇ ਉਹ ਕਹਿੰਦਾ ਸੀ ਮੈਂ ਕਿੱਦਾਂ ਮੰਨਾਂ ਤੁਸੀਂ ਨਿਰੰਕਾਰੀ ਹੈ। ਤਾਂ ਉਹਨਾਂ ਨੇ ਆਪਣੀ ਇੱਕ ਮੁੰਦਰੀ ਅਤੇ ਲੋਟਾ ਉਸ ਭੇਖੀ ਨੂੰ ਦੇ ਦਿੱਤਾ ਸੀ। ਤਾਂ ਉਹ ਭੇਖੀ ਲੋਟਾ ਮੁੰਦਰੀ ਲੈ ਕੇ ਵਾਪਸ ਗੁਰੂ ਨਾਨਕ ਬਾਬਾ ਜੀ ਨੂੰ ਕਰ ਰਹੇ ਸੀ ਕਿ ਅਸੀਂ ਤੁਹਾਨੂੰ ਟੈਸਟ ਕਰਨਾ ਸੀ, ਟੈਸਟ ਹੋ ਗਿਆ, ਇਸ ਕਰਕੇ ਤੁਸੀਂ ਆਪਣਾ ਇਹ ਸਮਾਨ ਲੈ ਲਓ। ਗੁਰੂ ਨਾਨਕ ਬਾਬਾ ਜੀ ਦੇ ਮੁਖ ਤੋਂ ਉਸ ਵੇਲੇ ਪਾਤਸ਼ਾਹ ਦੇ ਮੁਖ ਤੋਂ ਇਹ ਲਫ਼ਜ਼ ਕਵੀ ਕਢਵਾ ਰਿਹਾ
कि गुरु नानक पातशाह ने उस वेले कहा हत्थों चीज़ दे के वापस नहीं लई दी। ये साडे गुरुद्वारे च कहानियाँ सुनाइयां जांदियां, ये चीज़ नूं मुख रखदे। वो बीबी ने भी कहा बाबा जी असी एक बार दान कर दिता, असी वापस नहीं लैना। खैर बाबा जी दा पहलां ही यही चाहुंदे सन। उन्होंने गुण मुण 2 मिनट अरदास की और सारा कुछ समेट के रफू चक्कर हो गए। अंदर इन्हां दा बच्चों का बाबा उस माता का सहुरा बैठा सी। वो कह रहा सी बेटा की हो रहा, कौन है? उसकी किसी ने कोई नहीं सुनी। बाबा तू बैठा रहो, हर गल च तुसी अगे बोलते हैं, अगे अडिंगा डाउंदे हो, बैठे रहो, असी सब ठीक कर दें। ज्यों ही ये बंदे बाहर निकले सारे घरदियां नूं ए समझ पै गई, दिमाग विच सोच आ गई किते लुट के ना लै गए होण। बाहर निकले पर वो मिनटां सकेंटां विच ही रफू चक्कर हो गया। खैर दौड़ भज की, पुलिस नूं फोन किया, पुलिस वाले जान पछाण सी, उत्थे रिपोर्ट लिखाई पर लभीए कित्थों। खैर राह विच एक फैक्ट्री सी, उहदी CCTV कैमरिਆਂ की फुटेज लई गई, उन्हां दी पछाण हुई पर लभणे बड़े औखे सी। खैर रब दा पाना ऐसा वरत्या, एक दिन ये सारे हरमंदर साहब, क्योंकि हफ्ते बाद हरमंदर साहब ये जाते सी लैके उत्थे इशनान कराउंदे सी, जो बीमार बीबी सी, ते नाले उत्थों जल लैके आउंदे सी। एक कोई साबका जथेदार जल मंत्र के उत्थे दिंदा सी। वो जा रहे सी, रास्ते विच भंग दे विच 6-7 बंदे अपनियां वर्दियां बदल रहे सी। गड्डी भी उत्थे खड़ी सी। वो बीबी नूं शक पिया नूंह नूं भी ये तो उही बंदे लगदे जिहड़े सानूं लुट के लै गए सी। खैर जदों तक ड्राइवर नूं उसने दस्सिया गड्डी काफ़ी दूर जा चुकी सी। 92 आ, गड्डी मोड़ के लियाउणी काफ़ी टाइम लग गया। तद तक वो जिहड़े बंदे उत्थों रफू चक्कर हो गए। पुलिस वालियां नूं फोन किया, पुलिस वालियां ने अगे जो टोल प्लाजा है उत्थे फोन किया। पहले टोल प्लाजा तो लंघ गए, दूजे टोल प्लाजा जाके वो फड़े गए। बड़ी मेहनत मशक्कत तो बाद दे विच कई महीने चक्कर कट्टण तो बाद वो भी पुलिस वालियां नाल जान पछाण सी, इस करके वो सारे पैसे सोना वापस मुड़वाया गया। पर जे कोई इस लिखारी की लिखी हुई कहानी नूं सच मन के चलदा तां फिर वो 1.5 लाख का माल उन्हां बाबियां दा सी, क्योंकि इस कहानी अनुसार गुरु नानक पातशाह ये कह रहे हैं कि भाई जे कोई सिख चोरी कर लै तां तुसी पड़दे टकने हन। दूजे लफ्ज़ां विच मैं ये कह देवां कि सिखां नूं अगर लुटना होवे तां कोई भी चोर डाकू लुटेरा 6 महीने साल अपने वालां दी कटिंग ना करवावे, पग बन्नणी सिख लै, चोला वड्डा सारा समा लै, क्योंकि गुरु नानक साहब दे वचन है कि सिख जिहड़े आ कोई सिख चोर नूं फड़नगे तो उहदी रिपोर्ट नहीं करनगे, क्योंकि गुरु नानक साहब ने नाराज़ हो जाना। गुरु नानक साहब की सिक्खी पक्की नहीं होनी, क्योंकि इहदे विच सिक्खी पक्की भाई मूले दी तां ही होई क्योंकि उसने उस सिख नूं जाण दिता। जे वो जाण ना दिंदा तो सिक्खी पक्की नहीं सी होनी। इस करके वो सिक्खी तां ही पक्की होई क्योंकि उसने उस ठग नूं, उस चोर नूं घर दा माल लुटा के घरों बाहर ठीक ठाक जाण दिता। इस तरह करके यह कहानी जेकर किसी नूं किसी सूरज प्रकाश ग्रंथ दे मनण वाले किसी वीर भैन नूं इस कहानी विचों कुछ सिक्ख्या मिलती होवे भी अपना घर लुटा के तां वो कोई भला कर सकता है, वो कोई गुरमत कमा रहा और अपना घर लुटा के इदां घर बन्ने जा सकते हैं, समाज की तरक्की होंदी है। वो वीर जरूर इस ग्रंथ नूं जरूर मनण। पर जिहड़े वीर भैन ये समझते हैं कि यह कहानी साडे लई नुकसानदेह है, ये जहर दे बराबर है, ये पॉइजन है, वो जरूर इस ग्रंथ नूं रद्द करन। सारे ग्रंथ विच ऊल जलूल इहो जिहा लिखिया होया। एक गुरु साहिबान की उस्तत लिखी है
ਔਰ ਦੂਜਾ ਇਹੋ ਜਿਹਾ ਊਲ ਜਲੂਲ ਲਿਖਿਆ ਹੋਇਆ, ਹੋਰ ਕੁਝ ਵੀ ਨਹੀਂ ਹੈ। ਅਤੇ ਜੇਕਰ ਤੁਹਾਨੂੰ ਚੰਗਾ ਲੱਗਦਾ ਇਹ ਗ੍ਰੰਥ ਚੰਗਾ ਮੰਨੋ ਭਾਈ, ਨਹੀਂ ਤਾਂ ਤੁਸੀਂ ਆਪਣੇ ਆਪ ਸਮਝ ਜਾਓ ਕਿ ਇਹਦੇ ਵਿੱਚ ਕੁਝ ਨਹੀਂ ਹੈ। ਇਹ ਸਾਨੂੰ ਲੋਲੇ ਜੈ, ਸਾਨੂੰ ਮੂਰਖ ਜੈ, ਸਾਨੂੰ ਢਿੱਲੜ ਜੈ, ਸਾਨੂੰ ਅਗਿਆਨੀ ਜੈ, ਸਾਨੂੰ ਨਿਕੰਮੇ ਜਿਹੇ ਬੰਦੇ ਬਣਾ ਕੇ ਇਹ ਗ੍ਰੰਥ ਸਮਾਜ ਵਿੱਚ ਪੇਸ਼ ਕਰਨਾ ਚਾਹੁੰਦਾ। ਮੈਂ ਤਾਂ ਇਹਨਾਂ ਸਹਿਮਤ ਨਹੀਂ ਹਾਂ। ਜੇ ਤੁਸੀਂ ਸਹਿਮਤ ਹੋ, ਤੁਹਾਡੀ ਖੁਸ਼ੀ ਹੈ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।